ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 10th ਮੈਥਸ ਚੈਪਟਰ ਹੈ ਸਾਡਾ 8th ਟ੍ਰਿਗਨੋਮੈਟਰੀ। ਸੋ ਤਿਕੋਣਮਿਤੀ ਇੰਟਰੋਡਕਸ਼ਨ ਦੀ ਕਲਾਸ ਹੈ ਸਾਡੀ 3rd। ਸੋ ਇਸ ਤੋਂ ਪਹਿਲਾਂ ਇੰਟਰੋਡਕਸ਼ਨ ਦੀਆਂ 2 ਕਲਾਸ ਜਿਹੜੀਆਂ ਉਹ ਲੱਗ ਚੁੱਕੀਆਂ ਹਨ। ਜੇਕਰ ਕੋਈ ਬੱਚਾ ਇਸ ਨੂੰ ਵੇਖਣਾ ਸ਼ੁਰੂ ਕਰ ਰਿਹਾ ਤਾਂ ਸਭ ਤੋਂ ਪਹਿਲਾਂ ਇੱਕ ਜ਼ਰੂਰ ਕਨਫਰਮ ਕਰ ਲੈ ਕਿ ਉਸਨੇ ਪਹਿਲੀਆਂ 2 ਕਲਾਸਿਸ ਵੇਖ ਲਈਆਂ ਹਨ ਜਾਂ ਕਿ ਨਹੀਂ। ਸੋ ਇਸ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀਆਂ 2 ਕਲਾਸਾਂ ਨਹੀਂ ਵੇਖੀਆਂ ਤਾਂ ਤੁਹਾਨੂੰ ਇਸ ਕਲਾਸ ਦੇ ਵਿੱਚ ਕੋਈ ਵੀ ਦੱਸਿਆ ਜਾਵੇਗਾ, ਹੋ ਸਕਦਾ ਤੁਹਾਨੂੰ ਉਹ ਸਮਝ ਨਾ ਆਵੇ। ਸੋ ਇਸ ਲਈ ਪਹਿਲੀਆਂ 2 ਕਲਾਸਾਂ ਨੂੰ ਵੇਖਣਾ ਬਹੁਤ ਜ਼ਰੂਰੀ ਹੈ। ਸੋ ਸ਼ੁਰੂ ਕਰਦੇ ਹਾਂ ਅਸੀਂ ਆਪਣਾ ਅੱਜ ਦਾ ਇਸ ਇੰਟਰੋਡਕਸ਼ਨ 3rd ਦਾ ਟੌਪਿਕ 0 to 90 ਡਿਗਰੀ TR ਮੀਨਸ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼। ਸੋ ਤਿਕੋਣਮਿਤੀ ਅਨੁਪਾਤ। ਸੋ ਤਿਕੋਣਮਿਤੀ ਅਨੁਪਾਤ ਅਸੀਂ ਪੜ੍ਹਨੇ ਹਨ 0 ਤੋਂ 90 ਡਿਗਰੀ ਤੱਕ ਦੇ, ਜਿਸ 'ਚ ਅਸੀਂ ਲਿਖਿਆ ਇੱਥੇ ਦੇਖੋ ਐਂਗਲ ਥੀਟਾ ਲਿਖਿਆ, ਫਿਰ ਲਿਖਿਆ TR ਦਾ ਮਤਲਬ ਕਿ ਟ੍ਰਿਗਨੋਮੈਟ੍ਰਿਕ ਰੇਸ਼ੀਓ ਹੈ, ਤਿਕੋਣਮਿਤੀ ਅਨੁਪਾਤ ਹਨ ਸਾਡੇ ਕੋਲ। ਸੋ ਤਿਕੋਣਮਿਤੀ ਅਨੁਪਾਤ ਕਿਹੜੇ ਹੁੰਦੇ ਆ ਸਾਡੇ ਕੋਲ 6 ਰੇਸ਼ੋ ਹਨ 1 2 3 4 5 ਐਂਡ 6 ਸਾਈਨ ਟੂ ਕੋਸੀਕਟ ਤੱਕ ਦੀਆਂ। ਸੋ ਅਸੀਂ ਇਹਨਾਂ ਦੀ ਜਿਹੜੀਆਂ ਵੈਲਿਊਜ਼ ਫਾਈਂਡ ਕਰਨੀਆਂ ਹਨ 0 ਡਿਗਰੀ 30 ਡਿਗਰੀ 45 ਡਿਗਰੀ 60 ਡਿਗਰੀ ਜਾਂ 90 ਡਿਗਰੀ ਤੱਕ ਦੀਆਂ। ਠੀਕ ਹੈ, ਸੋ ਕਿਸ ਤਰ੍ਹਾਂ ਪਤਾ ਕਰਨੀਆਂ ਨੇ ਅਸੀਂ ਦੇਖਣਾ ਹੈ ਕਿ ਟੇਬਲ ਨੂੰ ਅਸੀਂ ਬਣਾਉਣਾ ਕਿਸ ਤਰ੍ਹਾਂ ਹੈ ਅਤੇ ਫਿਰ ਉਸ ਨੂੰ ਅਸੀਂ ਕਿਸ ਤਰ੍ਹਾਂ ਲਰਨ ਜਿਹੜਾ ਕਰਨਾ ਹੈ ਅਸੀਂ ਉਹ ਵੀ ਸਿੱਖਣਾ ਹੈ। ਸਭ ਤੋਂ ਪਹਿਲਾਂ 0 ਡਿਗਰੀ ਦੇ ਨੀਚੇ 0 ਲਿਖ ਦਿਓ, 30 ਦੇ ਨੀਚੇ 1 ਲਿਖ ਦਿਓ, 45 ਦੇ ਨੀਚੇ 2 ਲਿਖ ਦਿਓ, 60 ਦੇ ਨੀਚੇ 3 ਲਿਖ ਦਿਓ, ਇੱਧਰ ਲਿਖ ਦਿਓ 4। ਹੁਣ ਸਾਰੇ ਨੂੰ ਡਿਵਾਈਡ ਕਰ ਦਿਓ ਬਾਈ 4। ਸੋ ਧਿਆਨ ਨਾਲ ਵੇਖਣਾ ਹੈ, ਅਸੀਂ ਇਸ ਟੇਬਲ ਨੂੰ ਬਣਾਉਣਾ ਹੈ। ਠੀਕ ਹੈ, ਸਾਰੇ ਦੇ ਨੀਚੇ ਅਸੀਂ ਕੀ ਲਿਖਤਾ 4 ਦੇ ਨਾਲ ਡਿਵਾਈਡ ਕਰਤਾ। ਸੋ ਪਹਿਲਾ ਸਟੈਪ 0 1 2 3 4 ਲਿਖਣਾ ਹੈ, ਫਿਰ ਸਾਰਿਆਂ ਨੂੰ 4 ਨਾਲ ਡਿਵਾਈਡ ਕਰਨਾ ਹੈ, ਫਿਰ ਸਾਡੇ ਕੋਲ ਆਏਗਾ ਸਾਰਿਆਂ ਦਾ ਰੂਟ। ਸੋ ਸਾਰਿਆਂ ਦਾ ਹੀ ਅਸੀਂ ਸਕੁਏਅਰ ਰੂਟ ਕਰ ਦੇਣਾ ਹੈ, ਜਿਸ ਨੂੰ ਅਸੀਂ ਵਰਗਮੂਲ ਕਹਿੰਦੇ ਹਾਂ। ਕੰਪਲੀਟ। ਹੁਣ ਦੇਖੋ ਸਾਡੇ ਕੋਲ ਜੋ ਕੈਂਸਲ ਹੁੰਦਾ ਉਸ ਨੂੰ ਕੈਂਸਲ ਕਰਾਂਗੇ। ਸਾਡੇ ਕੋਲ 4 ਦੇ ਨਾਲ 4 ਕੈਂਸਲ ਹੁੰਦਾ ਹੈ, 2 1 ਦਾ 2 ਹੋ ਗਿਆ, 2 2 ਦਾ ਹੋ ਗਿਆ ਸਾਡਾ 4। ਹੁਣ ਦੇਖੋ 0/4 ਸਾਡੇ ਕੋਲ ਕੀ ਹੁੰਦਾ ਹੈ, ਇਹ ਸਾਡੇ ਕੋਲ ਬਣਦਾ ਹੈ 0/4। ਕੁਝ ਵੀ ਹੋਵੇ ਤਾਂ ਆਨਸਰ ਸਾਡੇ ਕੋਲ 0 ਹੀ ਆ ਜਾਏਗਾ। ਸੋ ਇਹਦਾ ਮਤਲਬ ਇਹ ਸਾਡੇ ਕੋਲ ਆਨਸਰ ਆ ਗਿਆ 0। ਸੋ ਰੂਟ ਦੇ ਵਿੱਚ 0 ਆ ਗਿਆ ਸਾਡਾ 1/4। ਸੋ ਇਹ ਦੇਖੋ ਅਸੀਂ 1 ਦਾ ਰੂਟ ਕਰਾਂਗੇ ਤਾਂ ਸਾਡੇ ਕੋਲ 1 ਆਏਗਾ, 4 ਦਾ ਰੂਟ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆਉਂਦਾ ਹੈ 2। ਸੋ 2 ਨੂੰ 2 ਵਾਰ ਮਲਟੀਪਲਾਈ ਕਰੋਗੇ, 2 ਟਾਈਮਸ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ 4 ਆ ਜਾਏਗਾ। ਠੀਕ ਆ, 4 ਦਾ ਵਰਗਮੂਲ ਕਿੰਨਾ ਆ ਗਿਆ 2। ਸੋ 1 ਦਾ ਵਰਗਮੂਲ ਇਹ ਅਸੀਂ ਲਿਖਣਾ 1/4। ਕਲੀਅਰ। ਪਹਿਲਾਂ ਇਸ ਤਰ੍ਹਾਂ ਲਿਖਦੇ ਹਾਂ। ਹੁਣ ਸਾਡੇ ਕੋਲ ਇੱਧਰ ਫੇਰ ਬਚਿਆ ਹੈ 1 ਅਤੇ ਨਾਲ ਬਚਿਆ ਸਾਡੇ ਕੋਲ ਰੂਟ ਨੀਚੇ 2। ਸੋ ਇਹ ਸਾਡੇ ਕੋਲ ਆ ਜਾਏਗਾ √3/4 ਅਤੇ ਇਹ ਸਾਡੇ ਕੋਲ ਆ ਗਿਆ ਰੂਟ ਦੇ ਵਿੱਚ 1 ਕੈਂਸਲ ਹੋ ਗਿਆ ਨਾ, ਸਾਡੇ ਕੋਲ ਰੂਟ 'ਚ 1 ਆ ਗਿਆ। ਸੋ ਰੂਟ 0 ਸਾਡੇ ਕੋਲ ਕਿਹਦੇ ਬਰਾਬਰ ਆ ਜਾਏਗਾ 0 ਦੇ, 1 √1 1 ਦੇ ਬਰਾਬਰ, ਅਤੇ 4 ਦਾ ਰੂਟ ਕਿੰਨਾ ਆ ਗਿਆ 2। ਸੋ ਸਾਡੇ ਕੋਲ ਹੈਗਾ 1/2। ਇਹ ਸਾਡੇ ਕੋਲ ਹੈਗਾ √1 1 ਦੇ ਇਕੁਅਲ ਟੂ √2 ਸਾਡੇ ਕੋਲ ਜਿਹੜਾ √2 ਹੀ ਰਹਿ ਜਾਏਗਾ, ਕਿਉਂਕਿ ਸਾਡੇ ਕੋਲ ਇਹ ਇੱਕ ਇਰੇਸ਼ਨਲ ਨੰਬਰ ਹੈ, ਪਰਮੇਯ ਸੰਖਿਆ ਹੈ, ਪਰਮੇਯ ਨਹੀਂ ਹੈ। ਫਿਰ ਸਾਡੇ ਕੋਲ ਆ ਗਿਆ √3 ਦਾ √3 ਅਤੇ √4 ਦਾ ਆ ਜਾਏਗਾ ਸਾਡੇ ਕੋਲ 2, ਕਿਉਂਕਿ 4 ਵਰਗਮੂਲ ਕਿਹਦੇ ਬਰਾਬਰ ਹੁੰਦਾ ਸਾਡੇ ਕੋਲ 2 ਦੇ। ਸੋ 1 ਦਾ ਵਰਗਮੂਲ ਸਾਡੇ ਕੋਲ 1। ਸੋ ਇਹ ਸਾਡੇ ਕੋਲ ਪਹਿਲੀ ਜਿਹੜੀ ਰੇਸ਼ੋ ਹੈ ਸਾਡੇ ਕੋਲ ਉਸ ਦੇ ਕੰਪਲੀਟ ਜਿਹੜੀਆਂ ਐਂਗਲ ਦੀਆਂ ਸਾਡੇ ਕੋਲ 0 to 90 ਤੱਕ ਦੀਆਂ ਵੈਲਿਊਜ਼ ਜਿਹੜੀਆਂ ਉਹ ਆ ਚੁੱਕੀਆਂ ਹਨ। ਸੋ ਇੱਥੇ ਅਸੀਂ ਲਿਖਦੇ ਹਾਂ ਫਿਰ ਸਾਈਨ ਥੀਟਾ। ਸੋ ਇਸ ਦੇਖੋ ਸਾਡੇ ਕੋਲ ਜਿਹੜੀਆਂ ਇਹ ਵਾਲੀਆਂ ਵੈਲਿਊਜ਼ ਆਈਆਂ ਹਨ ਸਾਡੇ ਕੋਲ। ਸੋ ਇਸ ਤੋਂ ਉੱਪਰ ਜੋ ਵੀ ਅਸੀਂ ਸਟੈਪ ਕੀਤੇ ਹਨ ਉਹ ਸਿਰਫ ਇੱਥੇ ਤੱਕ ਪਹੁੰਚਣ ਦੇ ਲਈ ਸੀ ਕਿ ਅਸੀਂ ਇੱਥੇ ਤੱਕ ਕਿਸ ਤਰ੍ਹਾਂ ਪਹੁੰਚਣਾ ਹੈ। ਸੋ ਇਹ ਤੁਹਾਨੂੰ ਕਲੀਅਰ ਹੋ ਗਿਆ। ਠੀਕ ਆ, ਮਤਲਬ ਕਿ ਤੁਹਾਨੂੰ ਕਦੇ ਟੇਬਲ ਨੂੰ ਬਣਾਉਣਾ ਪਵੇ ਤਾਂ ਤੁਸੀਂ ਆਪ ਵੀ ਬਣਾ ਸਕਦੇ ਹੋ। ਇਸ ਤੋਂ ਬਾਅਦ ਸਾਡਾ ਆਉਂਦਾ ਹੈ ਕੋਸ ਥੀਟਾ। ਹੁਣ ਜਿਹੜਾ ਅਸੀਂ ਪੜ੍ਹਿਆ ਸੀ ਕਿ ਜਿਹੜਾ ਸਾਈਨ ਥੀਟਾ ਹੁੰਦਾ ਹੈ ਉਹ ਹੁਣ ਅਸੀਂ ਜੇਕਰ ਕੋਸ ਦੀਆਂ ਜੋ ਵੈਲਿਊਜ਼ ਲਿਖਣੀਆਂ ਤਾਂ ਅਸੀਂ ਇਸ ਨੂੰ ਰਿਵਰਸ ਆਰਡਰ ਦੇ ਵਿੱਚ ਲਿਖਣਾ ਸ਼ੁਰੂ ਕਰ ਦੇਣਾ ਹੈ। ਇਹ ਅਸੀਂ 1 ਲਿਖਿਆ ਸੀ, ਇਹ 1 ਸਾਡੇ ਕੋਲ ਇਸ ਸਾਈਡ 'ਤੇ ਆ ਜਾਏਗਾ, ਇਹ 1 ਆ ਗਿਆ ਸਾਡੇ ਕੋਲ। ਫਿਰ ਸਾਡੇ ਕੋਲ √3/2 ਆ ਗਿਆ। ਇਹ ਦੇਖੋ ਸਾਡੇ ਕੋਲ ਇਹ ਇਸ ਸਾਈਡ 'ਤੇ ਆ ਗਿਆ, ਇਹਦੀ ਪੋਜੀਸ਼ਨ ਇੱਧਰ ਆ ਗਈ। ਠੀਕ ਆ, 30 'ਤੇ ਆ ਗਈ। 45 ਸਾਡੇ ਕੋਲ ਇਸ ਤਰ੍ਹਾਂ ਹੋ ਗਿਆ। ਠੀਕ ਆ, ਇਸੇ ਜਗ੍ਹਾ 'ਤੇ ਰਹਿ ਗਿਆ, ਮਤਲਬ ਕਿ ਸਾਡੇ ਕੋਲ ਇਹ ਕੀ ਆ ਗਿਆ 1/√2। ਸੋ 1/2 ਸਾਡੇ ਕੋਲ 60 'ਤੇ ਚੱਲ ਗਿਆ। ਇਹ ਸਾਡਾ ਕਿੰਨਾ ਹੈ 0। ਇਹ ਸਾਡਾ ਆ ਗਿਆ ਇਸ ਸਾਈਡ 'ਤੇ। ਇਸ ਤੋਂ ਬਾਅਦ ਸਾਡੇ ਕੋਲ ਜਿਹੜੀ ਰੇਸ਼ੋ ਆਉਂਦੀ ਹੈ ਉਹ ਹੈ
ਟੈਨ ਥੀਟਾ। ਸੋ ਟੈਨ ਥੀਟਾ ਦਾ ਕੰਸੈਪਟ ਥੋੜ੍ਹਾ ਜਿਹਾ ਅਸੀਂ ਦੇਖ ਲਈਏ ਕੀ ਹੁੰਦਾ ਹੈ। ਟੈਨ ਥੀਟਾ ਬਾਰੇ ਅਸੀਂ ਪੜ੍ਹਿਆ ਹੈ ਕਿ ਇਹ ਸਾਈਨ ਥੀਟਾ ਓਵਰ ਕੋਸ ਥੀਟਾ ਹੁੰਦਾ ਹੈ, ਜੋ ਅਸੀਂ ਆਪਣੀ ਇੰਟਰੋਡਕਸ਼ਨ ਦੀ ਕਲਾਸ 1 ਦੇ ਵਿੱਚ ਪੜ੍ਹਿਆ ਹੈ। ਸੋ ਹੁਣ ਅਸੀਂ ਸਾਈਨ ਓਵਰ ਕੋਸ ਦੀਆਂ ਵੈਲਿਊਜ਼ ਕਰਦੇ ਜਾਵਾਂਗੇ ਅਤੇ ਟੈਨ ਦੀ ਵੈਲਿਊ ਜਿਹੜੀ ਪਤਾ ਕਰਦੇ ਜਾਵਾਂਗੇ। ਸੋ ਸਭ ਤੋਂ ਪਹਿਲਾਂ ਦੇਖੋ ਅਸੀਂ ਕਰਦੇ ਹਾਂ 0 ਓਵਰ 1। ਸੋ 0 ਅਪੋਨ ਸਮਥਿੰਗ ਕੁਝ ਵੀ ਹੋਏਗਾ, ਸਾਡੇ ਕੋਲ ਆਂਸਰ ਆਏਗਾ 0। ਸੋ ਫਿਰ ਸਾਡੇ ਕੋਲ ਆਇਆ 1 ਓਵਰ 2 ਤੋਂ ਨੀਚੇ ਆ ਗਿਆ ਸਾਡੇ ਕੋਲ √3 ਓਵਰ 2। ਸੋ ਇਹ ਕੰਸੈਪਟ ਵੀ ਕਰ ਚੁੱਕੇ ਅਸੀਂ ਇੰਟਰੋਡਕਸ਼ਨ 1 ਕਲਾਸ ਦੇ ਵਿੱਚ। 2 ਨਾਲ 2 ਕੈਂਸਲ ਹੋ ਗਿਆ, ਸਾਡੇ ਕੋਲ ਰਹਿ ਗਿਆ 1 ਓਵਰ √3। ਫਿਰ ਸਾਡੇ ਕੋਲ 1 ਓਵਰ 2, ਇਹ ਸਾਈਨ ਹੈ ਸਾਡੇ ਕੋਲ 1 ਓਵਰ √2, ਇਹ ਕੌਜ਼ ਹੈ ਸਾਡੇ ਕੋਲ 1 ਓਵਰ √2, ਦੋਵੇਂ ਕੈਂਸਲ ਹੋ ਗਏ ਸਾਡੇ ਕੋਲ, ਇਜ਼ ਇਕੁਅਲ ਟੂ ਆ ਗਿਆ 1। ਇਹ ਫਿਰ ਸਾਡੇ ਕੋਲ ਆ ਗਿਆ √3 ਓਵਰ 2, ਸਾਈਨ ਦੀ ਵੈਲਿਊ ਓਵਰ ਆ ਗਿਆ ਸਾਡੇ ਕੋਲ 1 ਓਵਰ 2। ਸੋ 2 ਨਾਲ 2 ਕੈਂਸਲ, ਸਾਡੇ ਕੋਲ ਰਹਿ ਗਿਆ √3 ਓਵਰ 1 ਇਜ਼ ਇਕੁਅਲ ਟੂ ਆ ਗਿਆ √3। ਸੋ ਇਸ ਤਰ੍ਹਾਂ ਟੈਨ ਜਿਹੜਾ 60 ਆ ਗਿਆ ਸਾਡੇ ਕੋਲ। ਹੁਣ ਇਹ ਸਾਡੇ ਕੋਲ ਸਾਈਨ ਹੈ 1 ਅਤੇ ਕੌਜ਼ ਹੈ 0। ਸੋ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ 0 ਓਵਰ 1 0 ਔਰ 1 ਅਪੋਨ 0 ਇਨਫਿਨਿਟੀ। ਸੋ ਕਿਸੇ ਦੇ ਵੀ ਨੀਚੇ 0 ਆਵੇ ਸਾਡੇ ਕੋਲ ਤਾਂ ਉਹਦਾ ਆਂਸਰ ਕੀ ਆਉਂਦਾ ਹੈ ਸਾਡੇ ਕੋਲ ਇਨਫਿਨਿਟੀ, ਜਾਂ ਅਸੀਂ ਜਿਸ ਨੂੰ ਲਿਖ ਦਿੰਦੇ ਹਾਂ ਨੋਟ ਡਿਫਾਈਨ, ਜਾਂ ਅਸੀਂ ਲਿਖ ਦਿੰਦੇ ਹਾਂ ਪਰਿਭਾਸ਼ਿਤ ਨਹੀਂ। ਕਲੀਅਰ। ਸੋ ਇਸ ਦਾ ਕੰਸੈਪਟ ਵੀ ਅਸੀਂ ਕਲੀਅਰ ਕਰ ਲਈਏ। ਦੇਖੋ ਜੇਕਰ ਮੈਂ 0 ਓਵਰ 1 ਲਿਖਦਾ ਹਾਂ, ਠੀਕ ਹੈ, 0 ਓਵਰ 1 ਲਿਖਿਆ, ਇਹ ਵਾਲਾ 0 ਡਿਵਾਈਡ ਦੇ ਵਿੱਚ ਆ ਗਿਆ ਅਤੇ 1 ਬਾਹਰ ਚਲਾ ਗਿਆ, ਇਹ ਸਾਡੇ ਕੋਲ ਕੀ ਹੋ ਗਿਆ ਭਾਜ ਅਤੇ ਭਾਜਕ ਹੋ ਗਿਆ। ਸੋ 1 ਦਾ ਟੇਬਲ ਲਿਖਣਾ ਹੋਵੇ ਤਾਂ ਤੁਸੀਂ ਲਿਖੋਗੇ 1 0 0 1 1 1, ਇਸ ਤਰ੍ਹਾਂ ਹੀ ਲਿਖੋਗੇ ਨਾ। ਸੋ ਇਹ ਸਾਡੇ ਕੋਲ ਆ ਗਿਆ 1 0 0। ਸੋ ਡਿਵਾਈਡ ਕੰਪਲੀਟ, ਇਸ ਲਈ 0 ਓਵਰ 1 ਸਾਡੇ ਕੋਲ ਕੀ ਹੁੰਦਾ ਹੈ 0। ਜੇਕਰ ਅਸੀਂ ਲਿਖਦੇ ਹਾਂ 1 ਓਵਰ 0, ਇੱਥੇ ਸਾਡੇ ਕੋਲ 1 ਜਿਹੜਾ ਭਾਜ ਬਣੇਗਾ, ਡਿਵੀਡੈਂਡ ਆਏਗਾ ਅਤੇ ਡਿਵਾਈਜ਼ਰ ਆ ਗਿਆ ਸਾਡਾ 0। ਸੋ ਹੁਣ ਸਰ ਦੇਖੋ ਅਸੀਂ 0 ਦਾ ਟੇਬਲ ਲਿਖਾਂਗੇ ਤਾਂ 0 1 0, 0 2 0। ਸੋ 100 ਸਾਡੇ ਕੋਲ ਜਿੰਨਾ ਮਰਜ਼ੀ ਲਿਖ ਲਈਏ 0 ਹੀ ਆਏਗਾ। 0 1 0, 1 ਬਚ ਗਿਆ, ਫਿਰ ਲਿਖਿਆ 0 1 0, ਫਿਰ 1 ਆ ਗਿਆ, 0 1 0, ਫਿਰ 1 ਆ ਗਿਆ, 0 1 0। ਸੋ ਇਸ ਤਰ੍ਹਾਂ ਇਹ ਸਾਡੇ ਕੋਲ ਕੰਟੀਨਿਊ ਇਸ ਤਰ੍ਹਾਂ ਹੀ ਚੱਲ ਰਿਹਾ ਕਿ ਜਿਹੜਾ ਆਂਸਰ ਸਾਡੇ ਕੋਲ ਕੰਪਲੀਟ ਜਿਹੜਾ ਕਿ ਨਹੀਂ ਆ ਰਿਹਾ। ਸੋ ਇਸ ਲਈ ਸਾਡੇ ਕੋਲ ਇਸ ਨੂੰ ਅਸੀਂ ਲਿਖਦੇ ਹਾਂ ਇਨਫਿਨਿਟੀ। ਹੁਣ ਸਾਡੇ ਕੋਲ ਟੈਨ ਤੋਂ ਬਾਅਦ ਆ ਗਿਆ ਕੋਟ। ਹੁਣ ਅਸੀਂ ਕੋਟ ਥੀਟਾ ਦੀਆਂ ਜਿਹੜੀਆਂ ਵੈਲਿਊਜ਼ ਨੇ ਐਂਗਲਸ ਅਸੀਂ ਲਿਖਣੀਆਂ ਹਨ। ਇਹ ਸਾਡੇ ਕੋਲ ਟੈਨ ਦੀਆਂ ਆ ਰਹੀਆਂ ਹਨ, 0 ਤੇ 0, 30 ਤੇ 1 ਓਵਰ √3, 45 ਤੇ 1, 60 ਤੇ √3 ਐਂਡ 90 ਤੇ ਨੋਟ ਡਿਫਾਈਨ। ਹੁਣ ਟੈਨ ਦੇ ਲਈ ਅਸੀਂ ਕੋਟ ਜਦੋਂ ਲਿਖਣਾ ਤਾਂ ਅਸੀਂ ਟੈਨ ਨੂੰ ਰਿਵਰਸ ਕਰ ਦੇਣਾ ਹੈ। ਇਹ ਮਤਲਬ ਸਾਡੇ ਕੋਲ ਆ ਗਿਆ ਇਨਫਿਨਿਟੀ, ਇਸ ਨੂੰ ਅਸੀਂ ਕੀ ਬੋਲਦੇ ਹਾਂ ਇਨਫਿਨਿਟੀ। ਫਿਰ √3 ਆ ਗਿਆ ਸਾਡੇ ਕੋਲ, ਫਿਰ ਸਾਡੇ ਕੋਲ 1 ਆ ਗਿਆ, ਫਿਰ ਸਾਡੇ ਕੋਲ ਇਹ ਥੋੜ੍ਹਾ ਅਸੀਂ ਬਲੈਕ ਨਾਲ ਲਿਖ ਲਈਏ ਇਨਫਿਨਿਟੀ √3, ਇਹ ਆ ਗਿਆ ਸਾਡੇ ਕੋਲ 1, ਇਹ ਆ ਗਿਆ ਸਾਡੇ ਕੋਲ 1 ਓਵਰ √3, ਫਿਰ ਸਾਡੇ ਕੋਲ 0 ਸੀ, ਇਹ ਸਾਡੇ ਕੋਲ 90 ਤੇ ਆ ਗਿਆ 0। ਹੁਣ ਸਾਡੇ ਕੋਲ ਇਸ ਤੋਂ ਬਾਅਦ ਰਹਿ ਜਾਂਦਾ ਹੈ ਸੀਕੈਂਟ ਥੀਟਾ। ਸੋ ਸੀਕੈਂਟ ਜਿਹੜਾ ਹੁੰਦਾ ਹੈ ਸਾਡੇ ਕੋਲ, ਸੀਕੈਂਟ ਦੀ ਰੇਸ਼ੋ ਹੈ 1 ਓਵਰ ਕੋਸ ਥੀਟਾ। ਸੋ ਇਹਦਾ ਮਤਲਬ ਜਿਹੜੇ ਵੀ ਕੋਸ ਦੀਆਂ ਵੈਲਿਊਜ਼ ਹਨ ਅਸੀਂ ਉਹਨਾਂ ਨੂੰ 1 ਓਵਰ ਕਰੀ ਜਾਣਾ ਹੈ। ਠੀਕ ਹੈ, 1 ਓਵਰ 1 ਕਰੋਗੇ ਤੁਹਾਡੇ ਕੋਲ ਆਂਸਰ ਕੀ ਆ ਜਾਏਗਾ 1। ਠੀਕ ਹੈ, ਇਸ ਦੇ ਨੀਚੇ 1 ਕੀਤਾ, 1 ਓਵਰ 1 ਆ ਗਿਆ ਸਾਡੇ ਕੋਲ। ਫਿਰ √3 ਓਵਰ ਇਸ ਨੂੰ 1 ਕਰੋਗੇ। ਧਿਆਨ ਰੱਖਣਾ ਹੈ ਕਿ ਜਦੋਂ ਕਿਸੇ ਨੂੰ ਵੀ ਅਸੀਂ 1 ਦੇ ਓਵਰ ਕਰਨਾ ਹੈ ਤਾਂ ਸਾਡੇ ਕੋਲ ਜਿਹੜਾ ਰੈਸੀਪ੍ਰੋਕਲ ਹੋ ਰਿਹਾ ਹੈ ਤਾਂ ਜਿਹੜੀਆਂ ਕਿ ਵੈਲਿਊ ਸਾਡੇ ਕੋਲ ਉਹ ਜਿਹੜੀਆਂ ਕਿ ਉਲਟ ਜਾਣਗੀਆਂ। ਠੀਕ ਹੈ, ਨੋਮੀਨੇਟਰ ਡਿਨੋਮੀਨੇਟਰ ਆ ਜਾਏਗਾ, ਡਿਨੋਮੀਨੇਟਰ ਨੋਮੀਨੇਟਰ ਹੋ ਜਾਏਗਾ, ਅੰਸ਼ ਦਾ ਹਰ ਦਾ ਅੰਸ਼ ਬਣ ਜਾਏਗਾ। ਠੀਕ ਹੈ, ਇਹ ਦੇਖੋ 1 ਓਵਰ ਸਾਡੇ ਕੋਲ ਇਸ ਤਰ੍ਹਾਂ ਹੋਏਗਾ ਨੋਮੀਨੇਟਰ ਡਿਨੋਮੀਨੇਟਰ, ਆਂਸਰ ਕੀ ਆਏਗਾ D ਓਵਰ N। ਸੋ ਇਹ ਵਾਲੇ ਆਂਸਰ ਸਾਡੇ ਕੋਲ ਜਿਹੜੇ ਬਣਦੇ ਰਹਿਣਗੇ। ਸੋ ਹੁਣ ਦੇਖੋ 1 ਓਵਰ ਜਦੋਂ ਤੁਸੀਂ ਇਸ ਨੂੰ ਕਰੋਗੇ 1 ਓਵਰ √3/2, ਸੋ ਇਹ ਕੀ ਹੋ ਗਿਆ ਸਾਡੇ ਕੋਲ ਨੀਚੇ D ਪਿਆ ਹੈ, ਇਹ N ਪਿਆ ਹੈ, ਸਾਡੇ ਕੋਲ ਵੀ ਬਣ ਜਾਏਗਾ D ਅਪੋਨ N, ਸਾਡੇ ਕੋਲ 2 ਓਵਰ √3। ਸੋ ਇਹਦਾ ਮਤਲਬ ਇਹ ਸਾਡੇ ਕੋਲ ਆ ਗਿਆ 2 ਓਵਰ √3। ਇਸ ਤਰ੍ਹਾਂ ਸਾਡੇ ਕੋਲ √2 ਓਵਰ 1, ਸੋ ਕਿਸੇ ਦੇ ਵੀ ਨੀਚੇ 1 ਹੋਵੇ ਤਾਂ ਸਾਡੇ ਕੋਲ ਇਹ ਬਣਿਆ √2 ਓਵਰ 1। ਸੋ ਸਾਡੇ ਕੋਲ ਆਂਸਰ 'ਚ ਆਏਗਾ √2। ਸੋ 1 ਅਸੀਂ ਨਹੀਂ ਲਿਖਦੇ, ਠੀਕ ਹੈ, ਕਿਸੇ ਦੇ ਵੀ ਨੀਚੇ ਆ ਜਾਏ। ਸੋ 2 ਓਵਰ 1 ਇਸ ਤਰ੍ਹਾਂ ਇਹ ਸਾਡੇ ਕੋਲ ਆ ਗਿਆ 2। ਸੋ ਇਹ ਸਾਡੇ ਕੋਲ 0 ਹੈ।
1/0 लिखांगे तो साढ़े को क्या आ जाएगा, इनफिनिटी आ जाएगा। ठीक है, 1/0 इनफिनिटी आ जाएगा, नॉट डिफाइंड। सो इस तो बाद लास्ट साडी आ गई कोसीकेंट थीटा की रेशो। सो इस दे विच साडा की आंदा है, देखते हाँ कि साडे को की वैल्यूज़ आंदियां हन। सो इस तरह कोसीकेंट जिहड़ा हुंदा है ये साडे कोल हुंदा है 1/sin थीटा दे। इहदा मतलब कि जो साइन दियां वैल्यूज़ हैं असीं उन्हां नूं 1/1 जिहड़ा कि करके लिखना है। सो 1/0 साडे को ये आ जाएगा नॉट डिफाइंड इनफिनिटी, ਜਾਂ ਤਾਂ ਤੁਸੀਂ ਸੀਕੈਂਟ ਵਾਲਿਆਂ ਨੂੰ ਰਿਵਰਸ ਕਰ ਦਿਓ। ਠੀਕ ਹੈ, ਸੀਕੈਂਟ ਵਾਲੇ ਨੂੰ ਰਿਵਰਸ ਕਰ ਲਓ ਤਾਂ ਜਾਂ 1/sin ਕਰ ਲਓ, ਸਾਡੇ ਕੋਲ ਸੇਮ ਹੀ ਆਂਸਰ ਆਏਗਾ। ਇਹ ਸਾਡੇ ਕੋਲ ਆ ਜਾਏਗਾ ਇਨਫਿਨਿਟੀ, फिर आ गया साढ़े को 2, फिर आ गया साढ़े को √2, फिर आ गया साढ़े को 2/√3, फिर साढ़े को आ गया 1। सो इस तरह ये साढ़ा जिहड़ा कंप्लीट जिहड़ा है ट्रिग्नोमैट्रिक रेशो जिहड़ियां ने 0 to 90 तक साढ़े को कंप्लीट हुंदा है। सो इस दे नाल रिलेटेड क्वेश्चन सानू जिहड़े कि एक्सरसाइज विच दिते होणगे, सो जिस दे लई इस टेबल का आना तुहानू बहुत जरूरी है। सो टेबल के आने का मतलब है कि तुहानू इन्हां 6 रेशो की 0, 30, 45, 60 और 90 की वैल्यू जी पता होनी चाहिए है। जिस दे लई सिंपल आपां गल करांगे कि तुहानू किस चीज़ का पता होवे तां तुसीं सारियां ही वैल्यूज़ जिहड़ियां पता कर सकते हो। सो इस नूं पहलां असीं हाईलाइट कर लईए तां जो सानू साडी जिहड़ियां वैल्यूज़ ने क्लीयर दिखदियां रहन। ये थोड़ा जिहा आएगा √3। सो ये हैं जो साडे कोल साडियां रेशोज़ दीयां वैल्यूज़ ने, हुण सानू क्लीयर जिहड़ियां हाईलाइट होईयां जिहड़ियां नज़र आ रहीआं होणगीआं। हुण देखो सारे दियां सारियां ही वैल्यूज़ कित्थों निकल के आईयां, ध्यान नाल टेबल नूं समझिए। सो ये तां साडा बेसिक कंसैप्ट सीगे पहला जो असीं ये कीता सीगा, जिस दे विच असीं साइन दियां वैल्यूज़ तक पहुँचे। सो जेकर तुहानू साइन दियां वैल्यू सारियां ही पता होण, देखो sin 0 sin 30 1/2, sin 45 1/√2, sin 60 कितना है √3/2, sin 90 कितना है 1, तो तुसीं कॉस दियां वैल्यूज़ लिख सकते हो। इसनूं रिवर्स करता, कॉस दियां वैल्यूज़ आ गईयां। सो जिन्ना sin 0 ते हैगा उन्ना कॉस 90 ते हैगा, जिन्ना कॉस sin 90 ते उन्ना कॉस 0 ते। सो 30 60 रिवर्स सन, 45 ते सेम है। हुण साइन ओवर कॉस कर दे जाओ, टैन दियां वैल्यूज़ फाइंड कर लो, कॉट फाइंड करना है, टैन दियां वैल्यूज़ नूं रिवर्स ऑर्डर च लिख दो, कॉट दियां वैल्यूज़ आ गई। सीकेंट पता करना है तो 1/cos कर दो, मतलब कि इसनूं पुट्ठा करी जाना है। ठीक है, इसनूं असीं 1/1 1 आ गया, इसनूं करोगे तो 2/√3 आ गया, ये हो गया साडे को √2/1 √2 आ गया, 2/1 2 ही आ गया साडे को। सो 1/0 साडे को कितना सीकेंट हुंदा है साडे को, हाँ जी ये आ गया साडे को इनफिनिटी। 1/0 करोगे इनफिनिटी आ गया। फिर कोसीकेंट लिखना है असीं, इसनूं रिवर्स कर दो या फिर 1/sin ਦੀਆਂ ਜਿਹੜੀਆਂ ਸਾਰੀਆਂ वैल्यूज़ ਹਨ ਉਹਨਾਂ ਨੂੰ कर दो। सो ये साडी इंट्रोडक्शन की क्लास 3rd। सो उम्मीद करता कि क्लास है तुहानूं क्लीयर हो गई होगी। सो दूजे बच्चों तक शेयर जरूर करना है, वीडियोज़ में लाइक जरूर करना है, कमेंट करके जरूर दसो कि किहो जी क्लास लगी है। सो चैनल सबसक्राइब करो, बैल आइकन जरूर दबाओ तो जो तुहानूं नवीं वीडियोज़ की नोटिफिकेशन मिलती रहे। सो थैंक यू, मिलते हैं नैक्सट क्लास में नैक्सट क्वेश्चन के नाल।